नेगेटिव थी, अब मरने के बाद कहा है कि पॉजिटिव है। हमें पता था पहले कि पॉजिटिव है। दीपक हॉस्पिटल में थे और उन्होंने वहाँ पे उनको कोरोना पॉजिटिव बता दिया और फिर उनके बाद उनकी केयर नहीं करी, उनको खाना नहीं दिया, उनको पानी नहीं दिया, पानी के लिए तरस गए। ਤੇ ਤੁਸੀਂ ਇੱਥੋਂ ਇਨਫੈਕਸ਼ਨ ਦਾ ਡਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਵੱਧ ਸਕਦਾ ਹੈ। ਇੱਕੋ ਜਗ੍ਹਾ ਤੇ ਹੀ ਵੈਕਸੀਨ ਵੀ ਲੱਗ ਰਹੀ ਹੈ ਤੇ ਕਰੋਨਾ ਦੇ ਟੈਸਟ ਵੀ ਹੋ ਰਹੇ ਨੇ। यहाँ बारी नहीं आई, मैंने सिविल में टेस्ट करवाया, मेरे मदर फादर दोनों का। सिविल में थर्सडे को रिपोर्ट उनकी नेगेटिव दी, बट उनकी कंडीशन बहुत ख़राब थी, उन्होंने नेगेटिव रिपोर्ट दी, लेकिन वो पॉजिटिव थे। परसों उनकी डेथ हो गई सर। तो वैसे 2-3 काउंटर्स लगा के रखने चाहिए ताकि इतनी लंबी लाइन ना हो। दे शुड हैव 2-3 काउंटर्स सो द वैक्सीनेशन विल बी इमीडिएटली। सारे लुधियाने फ्री में, किसी ने हाथ भी नहीं लगाया था सर। सिरसा लेके गए थे, वहाँ पे भी कुछ नहीं मिला था, कुछ भी नहीं मिला, मर रहे हैं तड़प तड़प के। ਕਰੋਨਾ ਜਿਹੜਾ ਉਹ ਬਚਾਉਣ ਦੇ ਲਈ ਸੋਸ਼ਲ ਡਿਸਟੈਂਸਿੰਗ ਕਹਿੰਦੇ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਇੱਥੇ ਤਿਆਰੀਆਂ ਨਹੀਂ ਕੀਤੀਆਂ ਗਈਆਂ। ਇੱਥੇ ਹੀ ਵੈਕਸੀਨ ਲਵਾਉਣ ਵਾਲੀ ਥਾਂ ਤੇ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੀਆਂ। कहीं इंतजाम नहीं है, किसी हॉस्पिटल में ऑक्सीजन अवेलेबल नहीं है, कहीं हॉस्पिटल में कुछ भी अवेलेबल नहीं है। ना हाथ में ग्लव्स पहने हुए थे, ना कुछ पहना हुआ था उन्होंने, और हम लोगों को जाने के लिए मना कर रहे थे हैं। और हमारे पापा भूख के प्यासे मर गए। उस तक उसको पानी नहीं दोगे, कुछ खाने को नहीं दोगे, और हमारे पापा की दूसरे-तीसरे दिन डेथ हो गई और बाद में कहते हैं कि मरीज डेड हो गया है। ਅਦਰਵਾਈਜ਼ ਰਸ਼ ਦੇ ਵਿੱਚ ਲੋਕੀ ਘੁਸੇ ਜਾ ਰਹੇ ਨੇ। ਮਤਲਬ ਇਹ ਨਾ ਸਗੋਂ ਹੋਰ ਬਿਮਾਰੀ ਦੇਣ ਵਾਲੀ ਗੱਲ ਹੈ। ਮਤਲਬ ਜਿਹੜੇ ਨਹੀਂ ਵੀ ਬਿਮਾਰ ਹੈ ਉਹ ਵੀ ਸਿੱਕ ਹੋ ਜਾਏਗਾ। ਇਸ ਲਾਈਨ ਦੇ ਵਿੱਚ ਕਰੋਨਾ ਟੈਸਟ ਹੁੰਦਾ ਹੈ, ਰੈਪਿਡ ਅਤੇ RT-PCR। ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਦੇ ਵਿਚਕਾਰ ਕਿੰਨਾ ਕੁ ਅੰਤਰ ਹੈ। ਇੱਕ ਪਾਸੇ ਵੈਕਸੀਨ ਲਗਾਈ ਜਾ ਰਹੀ ਹੈ ਤੇ ਦੂਜੇ ਪਾਸੇ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਨੇ। 9:30 ਵਜੇ ਤੱਕ ਵੈਕਸੀਨ ਲਵਾਉਣੀ ਆਏ ਹੋ? ਹਾਂਜੀ। ਤੇ ਇੱਥੇ ਕੋਈ ਸਰਕਾਰ ਨੇ ਕੋਈ ਪਾਣੀ ਪੂਣੀ ਦਾ ਬੰਦੋਬਸਤ ਜਾਂ ਇੱਥੇ ਕੁਝ ਕਿੰਨਾ ਬਿੱਲਾਂ ਲੱਗੀਆਂ ਹੋਈਆਂ ਦੇਖ ਲਓ ਤੁਸੀਂ। ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜੇ ਲੋਕ ਖੜੇ ਨੇ ਇਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਜਦੋਂ ਭਾਰਤ ਦੇ ਵਿੱਚ ਵੈਕਸੀਨ ਆਈ ਸੀ ਕਰੋਨਾ ਵਾਇਰਸ ਦੀ, ਤਾਂ ਉਦੋਂ ਲੋਕਾਂ ਨੂੰ ਲੱਗਿਆ ਸੀਗਾ ਕਿ ਹੁਣ ਕਰੋਨਾ ਵਾਇਰਸ ਖਤਮ ਹੋ ਜਾਏਗਾ, ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ। ਪਰ ਜਦੋਂ ਵੈਕਸੀਨ ਆਈ ਉਦੋਂ ਲੋਕਾਂ ਨੇ ਨਹੀਂ ਲਵਾਈ ਵੈਕਸੀਨ ਤੇ ਕਿੰਤੂ ਪਰੰਤੂ ਕਰਦੇ ਰਹੇ। ਪਰ ਹੁਣ ਜਦੋਂ ਕਰੋਨਾ ਦਾ ਕਹਿਰ ਇੰਨਾ ਜ਼ਿਆਦਾ ਵੱਧ ਗਿਆ, ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ, ਤਾਂ ਲੋਕ ਘਰੋਂ ਆਪਣੇ ਵੈਕਸੀਨ ਲਵਾਉਣ ਦੇ ਲਈ ਬਾਹਰ ਨਿਕਲੇ ਨੇ। ਔਰ ਬਾਹਰ ਇਸ ਕਦਰ ਤੱਕ ਨਿਕਲੇ ਨੇ, ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਲੰਬੀਆਂ ਲੰਬੀਆਂ ਲਾਈਨਾਂ 'ਚ ਲੱਗ ਕੇ ਲੋਕ ਹੁਣ ਵੈਕਸੀਨ ਲਗਵਾ ਰਹੇ ਨੇ। ਇਹ ਲੁਧਿਆਣੇ ਦਾ ਸਿਵਲ ਸਰਜਨ ਦਫ਼ਤਰ ਹੈ, ਜਿੱਥੇ ਤੁਸੀਂ ਲਾਈਨਾਂ ਦੇਖੋ ਕਿ ਕਿਸ ਹੱਦ ਤੱਕ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਨੇ। ਉੱਥੋਂ ਲਾਈਨ ਸ਼ੁਰੂ ਹੁੰਦੀ ਹੈ ਵੈਕਸੀਨ ਲਗਵਾਉਣ ਵਾਲਿਆਂ ਦੀ ਤੇ ਪਿੱਛੇ ਤੱਕ ਜਾਂਦੀ ਹੈ। 18 ਸਾਲ ਤੋਂ ਵੱਧ ਦੇ 1 ਤਰੀਕ ਤੋਂ ਸ਼ੁਰੂ ਕੀਤਾ ਸੀਗਾ, 1 ਮਈ ਤੋਂ, ਕਿ 18 ਸਾਲ ਤੋਂ ਵੱਧ ਦੇ ਲੋਕ ਬੱਚਿਆਂ ਨੂੰ ਤੇ ਹਰੇਕ ਨੂੰ ਜਵਾਨ ਨੂੰ ਜਿਹੜੀ ਹੈ ਵੈਕਸੀਨ ਲੱਗੇਗੀ। ਪਰ ਵੈਕਸੀਨ ਦੀ ਕਮੀ ਹੋਣ ਕਰਕੇ ਹਜੇ ਸਿਰਫ 45+ ਵਾਲੇ ਲੋਕਾਂ ਨੂੰ ਜਿਹੜੀ ਹੈ ਵੈਕਸੀਨ ਲੱਗ ਰਹੀ ਹੈ। ਲੰਬੀਆਂ ਲਾਈਨਾਂ ਤੁਸੀਂ ਦੇਖੋ ਕਿ ਪ੍ਰਸ਼ਾਸਨ ਦੀਆਂ ਕੀ ਤਿਆਰੀਆਂ ਨੇ ਕਿ ਲੋਕਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਵੈਕਸੀਨ ਲਗਵਾਉਣੀ ਪੈ ਰਹੀ ਹੈ। ਕੋਈ ਇੱਥੇ ਪ੍ਰਸ਼ਾਸਨ ਦੀ ਤਿਆਰੀ ਨਹੀਂ ਤੇ ਕਿਸ ਤਰ੍ਹਾਂ ਲੰਬੀਆਂ ਲਾਈਨਾਂ 'ਚ ਲੱਗ ਕੇ ਲੋਕ ਇੱਥੇ ਵੈਕਸੀਨ ਲਵਾਉਣ ਲਈ ਖੜੇ ਨੇ। ਭਾਈ ਜੀ ਕਿੰਨੀ ਕੁ ਦੇਰ ਹੋ ਗਈ ਇੱਥੇ ਖੜੇ ਹੋ? 9:30 ਵਜੇ ਤੱਕ ਵੈਕਸੀਨ ਲਵਾਉਣੀ ਆਏ ਹੋ? ਹਾਂਜੀ। ਤੇ ਇੱਥੇ ਕੋਈ ਸਰਕਾਰ ਨੇ ਕੋਈ ਪਾਣੀ ਪੂਣੀ ਦਾ ਬੰਦੋਬਸਤ ਜਾਂ ਇੱਥੇ ਕੁਝ ਕਿੰਨਾ ਬਿੱਲਾਂ ਲੱਗੀਆਂ ਹੋਈਆਂ ਦੇਖ ਲਓ ਤੁਸੀਂ। ਕੋਈ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਕਿਸੇ ਚੀਜ਼ ਦਾ? ਪਾਣੀ ਦਾ ਕੋਈ ਪ੍ਰਬੰਧ। ਬਾਰਿਸ਼ ਵਿੱਚ ਖੜੇ ਰਹੇ ਹਾਂ ਪਹਿਲਾਂ। ਅੱਛਾ, ਪਹਿਲਾਂ ਬਾਰਿਸ਼ ਆ ਰਹੀ ਸੀ, ਖੜੇ ਰਹੇ ਸਾਹਮਣੇ ਬਜ਼ੁਰਗ ਖੜੇ ਨੇ। ਕੋਈ ਸੀਨੀਅਰ ਸਿਟੀਜ਼ਨ ਦੀ ਕੋਈ ਲੱਗ ਲਾਈਨ ਨਹੀਂ, ਕੁਝ ਨਹੀਂ। ਫਸਟ ਡੋਜ਼ ਸੈਕੰਡ ਡੋਜ਼ ਕੋਈ ਲੱਗ ਲਾਈਨ ਨਹੀਂ ਹੈਗੀ। ਅੱਛਾ, ਤੁਸੀਂ ਫਸਟ ਡੋਜ਼ ਲਵਾਉਣਾ ਹੈ? ਸੈਕੰਡ। ਅੱਛਾ, ਤੁਸੀਂ ਵੀ ਮਤਲਬ ਉਦੋਂ ਦੇ ਲਾਈਨ 'ਚ ਹੀ ਖੜੇ ਹੋ? ਮੈਂ 9:30 ਦੀ ਆਈ ਹੋਈ ਹਾਂ। ਅੱਛਾ, ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਿੰਨੀਆਂ ਲੰਬੀਆਂ ਲਾਈਨਾਂ ਨੇ। ਸਰਕਾਰ ਦੇ ਵੱਲੋਂ ਕੋਈ ਬੰਦੋਬਸਤ ਨਹੀਂ, ਨਾ ਕੋਈ ਪਾਣੀ ਦਾ। ਬਾਰਿਸ਼ ਦੇ ਵਿੱਚ ਇਹਨਾਂ ਦਾ ਕਹਿਣਾ ਕਿ ਅਸੀਂ ਖੜੇ ਹੋਏ ਸੀਗੇ। ਆਪ ਕਿੰਨੀ ਦੇਰ ਹੋ ਗਈ ਆ ਖੜੇ ਹੋ? 1.5 ਘੰਟਾ ਹੋ ਗਿਆ। ਅੱਛਾ, ਤੇ ਕੋਈ ਇੱਥੇ ਕੋਈ ਫੈਸਿਲਿਟੀ ਕੋਈ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਜਾਂ ਜਿੱਥੇ ਤੁਸੀਂ ਟੀਕਾ ਲਵਾਉਣਾ, ਕੋਈ ਪਾਣੀ ਜਾਂ ਕੋਈ ਬੈਠਣ ਨੂੰ ਥਾਂ? ਸਾਡੇ ਸਾਹਮਣੇ ਹੀ ਹੈ, ਜਿੱਦਾਂ ਵੀ ਅਸੀਂ ਕੀ ਕਹਿ ਸਕਦੇ ਹਾਂ। ਤੇ ਕਿਹੜੀ ਫਸਟ ਡੋਜ਼ ਲਵਾਉਣਾ, ਸੈਕਿੰਡ? ਦੂਜਾ ਟੀਕਾ ਲਵਾ। ਅੱਛਾ, ਇੱਕ ਲੱਗਿਆ ਪਹਿਲੇ, ਇਹ ਦੂਜਾ ਲਵਾ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ
ਤੁਸੀਂ ਦੇਖੋ ਕਿਸ ਤਰ੍ਹਾਂ ਕਿੰਨੇ ਕੁ ਪ੍ਰਬੰਧ ਇੱਥੇ ਕੀਤੇ ਗਏ ਨੇ। ਕਰੋਨਾ ਜਿਹੜਾ ਉਹ ਬਚਾਉਣ ਦੇ ਲਈ ਸੋਸ਼ਲ ਡਿਸਟੈਂਸਿੰਗ ਕਹਿੰਦੇ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਇੱਥੇ ਤਿਆਰੀਆਂ ਨਹੀਂ ਕੀਤੀਆਂ ਗਈਆਂ। ਇੱਥੇ ਹੀ ਵੈਕਸੀਨ ਲਗਵਾਉਣ ਵਾਲੀ ਥਾਂ ਤੇ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੀਆਂ। ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜੇ ਲੋਕ ਖੜੇ ਨੇ ਇਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਜਿਹੜੇ ਵੈਕਸੀਨ ਲਗਵਾਉਣ ਆਏ ਨੇ, ਵੈਕਸੀਨ ਲਗਵਾ ਕੇ ਵੀ ਪ੍ਰਸ਼ਾਸਨ ਖੁਦ ਹੀ ਕਹਿੰਦਾ ਹੈ ਕਿ ਇਹ 100% ਗਾਰੰਟੀ ਨਹੀਂ ਹੈ ਕਿ ਤੁਹਾਨੂੰ ਕਰੋਨਾ ਨਹੀਂ ਹੋਏਗਾ। ਤੁਹਾਨੂੰ ਸੋਸ਼ਲ ਡਿਸਟੈਂਸਿੰਗ ਮਾਸਕ ਦਾ ਖਿਆਲ ਫਿਰ ਵੀ ਰੱਖਣਾ ਪਏਗਾ। ਪਰ ਇੱਥੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਧਿਆਨ ਦੇ ਰਿਹਾ। ਵੈਕਸੀਨ ਲਗਵਾਉਣ ਦੀ ਸਪੀਡ ਨੂੰ ਤੇਜ਼ ਕਰਨ ਦੀ ਬਜਾਏ ਇੱਥੇ ਲੰਬੀਆਂ ਜਿਹੜੀਆਂ ਨੇ ਉਹ ਲਾਈਨਾਂ ਲੱਗੀਆਂ ਹੋਈਆਂ ਨੇ। ਸਗੋਂ ਜਿਹੜਾ ਬਿਮਾਰ ਨਹੀਂ ਹੋਣਾ ਜਿਹੜੇ ਬੰਦੇ ਨੇ ਉਹ ਇੱਥੇ ਆ ਕੇ ਬਿਮਾਰ ਹੋ ਸਕਦਾ ਹੈ। ਮੈਮ ਕਿੰਨੀ ਦੇਰ ਹੋ ਗਈ ਇੱਥੇ ਖੜੇ ਹੋ ਤੁਸੀਂ? इनको वैसे 2-3 काउंटर्स लगा के रखने चाहिए ताकि इतनी लंबी लाइन ना हो। दे शुड हैव 2-3 काउंटर्स सो द वैक्सीनेशन विल बी इमीडिएटली। आपको नहीं लगता कि ऐसे इन्फेक्शन का डर ज़्यादा बढ़ जाएगा? ऑब्वियसली बढ़ेगा ना। देखो रश कितनी है और इतनी रश जैसे हम नज़दीक पहुंच रहे सारे झुंड हो जाते हैं। तो कोई यहाँ अरेंजमेंट, कोई पानी वगैरह या कोई बैठने का अरेंजमेंट कुछ नहीं? इन फ्रंट ऑफ यू There are no arrangements, ਕੋਈ ਅਰੇਂਜਮੈਂਟ ਨਹੀਂ ਹੈ। ਤੇ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਨੰਬਰ ਵੀ ਲਗਾ ਰਹੇ ਨੇ, ਕੋਈ ਅਦਰਵਾਈਜ਼ ਰਸ਼ ਦੇ ਵਿੱਚ ਲੋਕੀ ਘੁਸੇ ਜਾ ਰਹੇ ਨੇ। ਮਤਲਬ ਇਹ ਨਾ ਸਗੋਂ ਹੋਰ ਬਿਮਾਰੀ ਦੇਣ ਵਾਲੀ ਗੱਲ ਹੈ। ਮਤਲਬ ਜਿਹੜਾ ਨਹੀਂ ਵੀ ਬਿਮਾਰ ਹੈ ਉਹ ਵੀ ਸਿੱਕ ਹੋ ਜਾਏਗਾ। ਸੋ ਇਟਸ ਰੀਅਲੀ ਬੈਡ। ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਪੋਜ਼ਿਟਿਵ ਰੋਲ ਨਹੀਂ ਹੈ ਵੈਕਸੀਨੇਸ਼ਨ ਦੇਣ ਦੇ ਵਿੱਚ। कहो कि 2-3 काउंटर्स बनाए ताकि वैक्सीनेशन स्पीड बढ़ जाए। ਜੀ ਬਿਲਕੁਲ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਲੋਕ ਇੱਥੇ ਖੜੇ ਪਰੇਸ਼ਾਨ ਹੋ ਰਹੇ ਨੇ ਵੈਕਸੀਨ ਲਵਾਉਣ ਨੂੰ ਪਰੇਸ਼ਾਨ ਹੋ ਰਹੇ ਨੇ। ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਬਾਰਿਸ਼ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਖੜਨਾ ਪਿਆ। ਬਾਰਿਸ਼ ਦੇ ਵਿੱਚ ਇੱਥੇ ਇਹਨਾਂ ਨੂੰ ਖੜਨਾ ਪਿਆ ਤੇ ਇਹ ਵੈਕਸੀਨੇਸ਼ਨ ਦੀ ਲਾਈਨ ਸੀਗੀ। ਤੇ ਇਹ ਜਿਹੜੀ ਲਾਈਨ ਹੈ ਇਹ ਕੋਵਿਡ ਟੈਸਟਿੰਗ ਦੀ ਲਾਈਨ ਹੈ। ਇਸ ਲਾਈਨ ਦੇ ਵਿੱਚ ਕਰੋਨਾ ਟੈਸਟ ਹੁੰਦਾ ਹੈ, ਰੈਪਿਡ ਅਤੇ RT-PCR। ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਦੇ ਵਿਚਕਾਰ ਕਿੰਨਾ ਕੁ ਅੰਤਰ ਹੈ। ਇੱਕ ਪਾਸੇ ਵੈਕਸੀਨ ਲਗਾਈ ਜਾ ਰਹੀ ਹੈ ਤੇ ਦੂਜੇ ਪਾਸੇ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਨੇ। ਤੇ ਤੁਸੀਂ ਇੱਥੋਂ ਇਨਫੈਕਸ਼ਨ ਦਾ ਡਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਵੱਧ ਸਕਦਾ ਹੈ। ਇੱਕੋ ਜਗ੍ਹਾ ਤੇ ਹੀ ਵੈਕਸੀਨ ਵੀ ਲੱਗ ਰਹੀ ਹੈ ਤੇ ਕਰੋਨਾ ਦੇ ਟੈਸਟ ਵੀ ਹੋ ਰਹੇ ਨੇ। ਤਾਂ ਜੇਕਰ ਹੁਣ ਜਿਹੜੇ ਇਧਰਲੇ ਪਾਸੇ ਜਿਹੜੇ ਲੋਕ ਨੇ, ਜੇਕਰ ਕਿਸੇ ਵੈਕਸੀਨ ਲਗਵਾਉਣ ਵਾਲੇ ਦੇ ਜੇਕਰ ਸੰਪਰਕ 'ਚ ਆਉਂਦੇ ਨੇ ਤੇ ਜੇ ਇਹ ਕੋਈ ਇਨਫੈਕਟਡ ਹੋਇਆ ਤਾਂ ਉਹ ਦੂਜੇ ਨੂੰ ਵੀ ਇਨਫੈਕਟਡ ਕਰ ਸਕਦਾ। ਹਾਂਜੀ जी ਤੁਸੀਂ टेस्ट करवाना आए हो कि वैक्सीन करवाना आई हूँ। 3 दिन हो गए सर। मैंने वीरवार को मेरी मदर का टेस्ट करवाया था। यहाँ बारी नहीं आई, मैंने सिविल में टेस्ट करवाया मेरे मदर फादर दोनों का। सिविल में थर्सडे को रिपोर्ट उनकी नेगेटिव दी, बट उनकी कंडीशन बहुत ख़राब थी। उन्होंने नेगेटिव रिपोर्ट दी लेकिन वो पॉजिटिव थे। परसों उनकी डेथ हो गई सर, डेथ हो गई। उसके बाद मैं अब आई हूँ। ये 72 हॉस्पिटलों ने किया हुआ है। नेगेटिव रिपोर्ट देने के बाद हम कितने लोग संपर्क में आए हैं उनके। हमारी सबकी ज़िंदगियाँ मतलब ये चीज़ हो गई है। ये सब लाइटली ले रहे हैं। कहीं इंतजाम नहीं है, किसी हॉस्पिटल में ऑक्सीजन अवेलेबल नहीं है, कहीं हॉस्पिटल में कुछ भी अवेलेबल नहीं है। तो डेथ क्यों होगी? आपको बेड नहीं मिला कि क्या हुआ? ऑक्सीजन कुछ भी नहीं मिली। यहाँ सारे लुधियाने फ्री में, किसी ने हाथ भी नहीं लगाया था सर। सिरसा लेके गए थे, वहाँ पे भी कुछ नहीं मिला था, कुछ भी नहीं मिला। मर रहे हैं तड़प तड़प के। हुआ क्या था उनको? कोविड था सर, रिपोर्ट नेगेटिव थी। अब मरने के बाद कहा है कि पॉजिटिव है। हमें पता था पहले कि पॉजिटिव है। मैं बोलना चाहती हूँ, मेरे पापा वहाँ पे दीपक हॉस्पिटल में थे और उन्होंने वहाँ पे उनको कोरोना पॉजिटिव बता दिया और फिर उनके बाद उनकी केयर नहीं करी। उनको खाना नहीं दिया, उनको पानी नहीं दिया, पानी के लिए तरस गए और हमारे को बिल्कुल नहीं अंदर जाने दिया। उन्होंने अपनी सिक्योरिटी तो बिल्कुल भी नहीं रखी हुई थी, ना हाथ में ग्लव्स पहने हुए थे, ना कुछ पहना हुआ था उन्होंने। और हम लोगों को जाने के लिए मना कर रहे थे हैं। और हमारे पापा भूखे प्यासे मर गए, पानी के लिए तरस गए हमारे पापा। उन्होंने हॉस्पिटल वालों को बोला नहीं था कुछ सब बोला था हमने, लेकिन वो कहते कि वो लोग मारते थे हमारे पापा को लात से कि हम उल्टा हमारे पापा को कहते थे कि ये ज़्यादा बोलता है। पेशेंट तो वैसे इतना बीमार है और वो बोलेगा ही, उसको पानी नहीं दोगे, खाने को नहीं दोगे। और हमारे पापा की दूसरे तीसरे दिन डेथ ही हो गई और बाद में कहते कि मरीज डेड हो गया है, वेंटिलेटर पे ले गए। हमारे पापा को पता नहीं, हमारे पापा इतने बीमार थे, उनको पता नहीं, ना बीपी की गोली दी गई, ना उनको किडनी की प्रॉब्लम थी, ना उनकी दवाई दी गई। उन्होंने उनको डेड ही कर दिया। बस कोई इंतजाम नहीं है। पेशेंट के घर वालों को तो जाने नहीं देते बिल्कुल भी। कम से कम हम अपने
घर वालों को हौसला तो दे कि भाई आप हौसला रखो। हमने वीडियो कॉल में अपने पापा को इतना हौसला दिया कि पापा बिल्कुल ठीक हो जाओगे, लेकिन उन्होंने कहा बेटा मुझे यहाँ से निकाल लो,